ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੱਕਾ, ਹੱਕਾਂ ਲਈ ਸੜਕਾਂ ਤੇ ਉਤਰੇ ਵਿਦਿਆਰਥੀ। ਕੈਨੇਡਾ ਦੇ ਸੂਬੇ ਵੱਲੋਂ ਨੌਕਰੀਆਂ ਦਾ ਸੱਦਾ, ਅਲਬਰਟਾ ਤੋਂ ਆਈ ਜਾਣਕਾਰੀ। ਤੂਫਾਨ ਕਾਰਨ ਹੋਇਆ ਭਾਰੀ ਨੁਕਸਾਨ, ਕਈਆਂ ਦੀ ਗਈ ਜਾਨ, ਘਰਾਂ ਦੀ ਬਿਜਲੀ ਗੁੱਲ। ਕਾਮਾਗਾਟਾ ਮਾਰੂ ਦੀ ਘਟਨਾ ਨੂੰ ਟਰੂਡੋ ਨੇ ਕੀਤਾ ਯਾਦ, ਪ੍ਰੀਮੀਅਰ ਜੌਨ ਹੌਰਗਨ ਨੇ ਵੀ ਕੀਤਾ ਟਵੀਟ। ਟੋਰਾਂਟੋ 'ਚ ਵਾਪਰੀ ਸ਼ਰਮਨਾਕ ਘਟਨਾ, 17 ਜਾਣੇ ਹਿਰਾਸਤ 'ਚ, 7 ਪੁਲਿਸ ਵਾਲੇ ਜ਼ਖਮੀ। ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੱਕਾ ਹੋ ਰਿਹਾ ਹੈ, ਜਿਸ ਤੋਂ ਬਾਅਦ ਹੁਣੇ ਵਿਦਿਆਰਥੀ ਕਾਲਜਾਂ ਦੇ ਬਾਹਰ ਧਰਨਾ ਲਗਾ ਕੇ ਬੈਠੇ ਨੇ। ਵਿਦਿਆਰਥੀ ਕਹਿ ਰਹੇ ਨੇ ਕਿ ਉਹ ਇੱਥੋਂ ਆਪਣੇ ਹੱਕ ਲੈ ਕੇ ਜਾਣਗੇ। ਤਾਜ਼ਾ ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ, ਜਿੱਥੇ ਕਾਲਜ ਨੇ ਉਹਨਾਂ ਨੂੰ ਦਾਖਲਾ ਤਾਂ ਦੇ ਦਿੱਤਾ, ਪਰ ਹੁਣ ਵਿਦਿਆਰਥੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣਾ ਸਮੈਸਟਰ ਡ੍ਰੌਪ ਕਰ ਦੇਣ। ਇਸ ਦਾ ਅਸਰ ਇਹਨਾਂ ਵਿਦਿਆਰਥੀਆਂ ਦੇ ਭਵਿੱਖ ਉੱਪਰ ਪਵੇਗਾ, ਜਿਸ ਤੋਂ ਬਾਅਦ ਆਪਣੇ ਹੱਕਾਂ ਵਾਸਤੇ ਇਹਨਾਂ ਵਿਦਿਆਰਥੀਆਂ ਵੱਲੋਂ ਕਾਲਜਾਂ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ, ਜੋ ਕਿ ਇੱਥੇ ਦਿਨ ਰਾਤ ਧਰਨਾ ਲਗਾ ਰਹੇ ਹਨ। ਇਸ ਬਾਰੇ ਪੇਸ਼ ਹੈ ਰਿਪੋਰਟ। ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੱਕਾ, ਹੱਕਾਂ ਲਈ ਸੜਕਾਂ ਤੇ ਉਤਰੇ ਵਿਦਿਆਰਥੀ। ਹੱਕ ਲੈਣ ਆਏ ਆ, ਹੱਕ ਲੈ ਕੇ ਜਾਵਾਂਗੇ, ਹੱਕ ਲੈਣ ਆਏ ਆ, ਹੱਕ ਲੈ ਕੇ ਜਾਵਾਂਗੇ। ਇੱਥੇ ਰੱਖ ਸਾਡਾ ਹੱਕ, ਇੱਥੇ ਰੱਖ ਸਾਡਾ ਹੱਕ, ਇੱਥੇ ਰੱਖ। ਕਈ ਵਿਦਿਆਰਥੀ ਅੱਖਾਂ ਵਿੱਚ ਸੁਪਨੇ ਸਜਾ ਕੇ ਕੈਨੇਡਾ ਜਾਂਦੇ ਨੇ। ਕੁਝ ਅਜਿਹੇ ਹੀ ਅੰਤਰਰਾਸ਼ਟਰੀ ਵਿਦਿਆਰਥੀ ਆਪਣੀਆਂ ਅੱਖਾਂ ਵਿੱਚ ਸੁਪਨੇ ਲੈ ਕੇ ਕੈਨੇਡਾ ਅੰਦਰ ਪੜ੍ਹਾਈ ਕਰਨ ਗਏ, ਪਰ ਇੱਥੇ ਉਹਨਾਂ ਨਾਲ ਧੱਕਾ ਹੋ ਰਿਹਾ ਤੇ ਹੁਣ ਇਹ ਵਿਦਿਆਰਥੀ ਆਪਣੇ ਹੱਕਾਂ ਵਾਸਤੇ ਸੜਕਾਂ ਤੇ ਉਤਰੇ ਨੇ, ਜਿਨ੍ਹਾਂ ਵੱਲੋਂ ਦਿਨ ਰਾਤ ਪ੍ਰਦਰਸ਼ਨ ਕੀਤਾ ਜਾ ਰਿਹਾ। ਇਹ ਵਿਦਿਆਰਥੀ ਕਹਿੰਦੇ ਨੇ ਕਿ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਨੇ। ਤਾਜ਼ਾ ਮਾਮਲਾ ਅਲਫਾ ਇੰਟਰਨੈਸ਼ਨਲ ਅਕੈਡਮੀ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਐਡਮਿਸ਼ਨ ਤਾਂ ਦੇ ਦਿੱਤੀ ਗਈ, ਪਰ ਹੁਣ ਉਹਨਾਂ ਨੂੰ ਸਮੈਸਟਰ ਡ੍ਰੌਪ ਕਰਨ ਵਾਸਤੇ ਕਿਹਾ ਜਾ ਰਿਹਾ। ਜੇਕਰ ਇਹ ਵਿਦਿਆਰਥੀ ਸਮੈਸਟਰ ਡ੍ਰੌਪ ਕਰਦੇ ਨੇ ਤਾਂ ਇਸ ਦਾ ਅਸਰ ਉਹਨਾਂ ਦੇ ਭਵਿੱਖ ਦੇ ਉੱਪਰ ਪਵੇਗਾ। ਇਸ ਕਾਰਨ ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਕਾਰਨ ਹੁਣ ਇਹ ਵਿਦਿਆਰਥੀ ਲਗਾਤਾਰ ਹੱਕਾਂ ਵਾਸਤੇ ਲੜ ਰਹੇ ਹਨ, ਜਿਨ੍ਹਾਂ ਵੱਲੋਂ ਦਿਨ ਰਾਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਦੋਂ ਆ ਜਾਂਦੀ ਹੈ, ਸਭ ਤੋਂ ਪਹਿਲਾਂ ਆਪਣੇ ਲਾਇਰ ਸਾਹਿਬ ਇੱਥੇ ਆਪਣੇ ਨਾਲ ਹੈ, ਉਹ ਗੱਲ ਕਰਨਗੇ। ਤੇ ਦੂਜੀ ਗੱਲ ਮੈਂ ਇੱਥੇ ਮੈਂਸ਼ਨ ਕਰਨੀ ਚਾਹੁੰਦਾ, ਜਿਹੜੀ ਇੱਥੇ ਆਪਣਾ ਆਉਣ ਦਾ, ਅੰਦਰ ਆਉਣ ਦਾ ਰੀਜ਼ਨ, ਇਹਨਾਂ ਨੇ ਆਪਾਂ ਨੂੰ ਇੱਥੋਂ ਸਮਾਨ ਚੱਕ ਕੇ ਆਪਣਾ ਬਾਹਰ ਸਿੱਟਿਆ ਸੀ। ਇਹਨਾਂ ਨੇ ਸਿੱਟਿਆ ਸੀ, ਜਮਾ ਨਿਆਇ ਧੱਕਾ ਕੀਤਾ ਸੀ। ਇਹਨਾਂ ਨੂੰ ਅੱਜ ਉਹ ਚੀਜ਼ ਦੱਸਣ ਆਏ ਆ ਵੀ ਜੇ ਤੁਹਾਨੂੰ ਧੱਕਾ ਕਰਨਾ ਆਉਂਦਾ ਤਾਂ ਸਹਿਣਾ ਵੀ ਸਿੱਖੋ। ਅੱਜ ਤੁਹਾਨੂੰ ਅਸੀਂ ਕਰਕੇ ਦਿਖਾਉਣੇ ਆ। ਉਹ ਤੁਸੀਂ ਉਹੀ ਬੰਦੇ ਆ ਇਹ ਜਿਹੜੇ ਇੱਥੇ ਆ ਕੇ ਇੱਥੇ ਹੀ ਖੜ ਕੇ ਬੋਲਦੇ ਸੀ, ਜਿਹੜੇ ਕਹਿੰਦੇ ਸੀ ਵੀ ਚੱਕੋ ਸਮਾਨ ਤੇ ਤੁਰ ਜਾਓ। ਅੱਜ ਅੰਦਰ ਬਣੇ ਖੜੇ ਆ, ਕੋਈ ਕਿਸੇ ਦੀ ਹਿੰਮਤ ਨਹੀਂ ਆਉਂਦੀ ਵੀ ਕੋਈ ਬਾਹਰ ਨਿਕਲ ਜਾਵੇ। ਜਿਹੜੇ ਬੰਦੇ ਅੱਜ ਉੱਥੇ ਖੜ ਕੇ ਆਪਾਂ ਨੂੰ ਅੱਖਾਂ ਕੱਢਦੇ ਸੀ, ਅੱਜ ਬਾਹਰ ਨਹੀਂ ਨਿਕਲ ਸਕਦੇ। ਇਹੀ ਕਾਰਨ ਹੈ ਯੂਨਿਟੀ ਦਾ। ਆਪਾਂ ਸਾਰੇ ਬੰਦੇ ਯੂਨਿਟੀ ਕਰ ਲਓ ਬਾਈ, ਚੰਗੇ ਰਹੋਗੇ। ਹਰ ਵਾਰੀ ਜਲੀਲ ਨਾ ਹੋਇਆ ਕਰੋ, ਨਾ ਹੋਇਆ ਕਰੋ। ਇਕੱਠੇ ਹੋ ਜਾਓ, ਸਾਰੀਆਂ ਕਮਿਊਨਿਟੀ, ਕੱਲੀ ਆਪਣੀ ਨਹੀਂ, ਸਾਰੀਆਂ ਕਮਿਊਨਿਟੀਜ਼ ਇਕੱਠੇ ਹੋ ਜਾਓ। ਹਰ ਜਿੱਥੇ ਤੁਹਾਡੇ ਨਾਲ ਧੱਕਾ ਹੁੰਦਾ, ਖੜਨਾ ਸਿੱਖ ਲਓ। ਜੇ ਅੱਜ ਖੜੇ ਆ ਤਾਂ ਅੰਦਰ ਵਾੜੇ ਆ। ਜੇ ਹਰ ਥਾਂ ਤੇ ਜਿੱਥੇ ਖੜੇ ਆ, ਇਕੱਠੇ ਹੋ ਕੇ ਖੜੇ ਆ, ਚਾਹੇ ਉਹ ਫਾਰਮਲ ਪ੍ਰੋਟੈਸਟ ਹੈ ਜਾਂ ਕੋਈ ਵੀ ਹੋਰ ਜਿੱਥੇ ਵੀ ਧਰਨਾ ਲੱਗਦਾ, ਜਦੋਂ ਇਕੱਠੇ ਹੋ ਜਾਂਦੇ ਸਾਰੇ ਖੂੰਜੇ ਲੱਗ ਜਾਂਦੇ, ਵੱਡੇ ਜਿਹੜੇ ਬਦਮਾਸ਼ ਬਣਦੇ ਆ। ਅੱਜ ਵੀ ਸਾਰੇ ਅੰਦਰ ਹੈ, ਕੋਈ ਕਾਲਜ ਦੀ ਯੂਨਿਟੀ। ਕੈਨੇਡਾ ਦੇ ਇੱਕ ਸੂਬੇ ਤੋਂ ਨੌਕਰੀਆਂ ਬਾਰੇ ਚੰਗੀ ਖਬਰ ਸਾਹਮਣੇ ਆਈ, ਜਿੱਥੇ ਕਈਆਂ ਨੂੰ ਨਵੀਆਂ ਨੌਕਰੀਆਂ ਮਿਲਣਗੀਆਂ। ਇਹ ਜਾਣਕਾਰੀ ਅਲਬਰਟਾ ਸੂਬੇ ਤੋਂ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਟੀਵੀ ਅਤੇ ਫਿਲਮ ਪ੍ਰੋਡਕਸ਼ਨ ਨਾਲ ਜੁੜੇ ਹੋਏ ਜਿਹੜੇ ਲੋਕ ਨੇ, ਉਹਨਾਂ ਨੂੰ ਨੌਕਰੀਆਂ ਮਿਲਣਗੀਆਂ, ਕਿਉਂਕਿ ਇੱਥੇ ਇਸ ਨਾਲ ਸੰਬੰਧਿਤ ਇਨਵੈਸਟਮੈਂਟ ਕੀਤੀ ਜਾ ਰਹੀ ਹੈ। ਕੈਨੇਡਾ ਦੇ ਸੂਬੇ ਤੋਂ ਨੌਕਰੀਆਂ ਬਾਰੇ ਚੰਗੀ ਖਬਰ ਸਾਹਮਣੇ ਆਈ ਹੈ। ਇਸ ਸੂਬੇ ਵੱਲੋਂ ਕੁਝ ਖੇਤਰਾਂ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ। ਜੀ ਹਾਂ, ਇਹ ਜਾਣਕਾਰੀ ਅਲਬਰਟਾ ਤੋਂ ਸਾਹਮਣੇ ਆਈ ਹੈ, ਜਿੱਥੇ ਜਿਹੜੇ ਲੋਕ ਫਿਲਮ ਅਤੇ ਟੈਲੀਵਿਜ਼ਨ ਨਾਲ ਜੁੜੇ ਹੋਏ ਨੇ, ਉਹਨਾਂ ਲਈ ਨੌਕਰੀਆਂ ਹਾਸਲ ਕਰਨ ਦਾ ਇੱਕ ਵਧੀਆ ਮੌਕਾ ਹੈ। ਬਹੁਤ ਸਾਰੇ ਅਜਿਹੇ ਫਿਲਮ ਅਤੇ ਟੀਵੀ ਦੇ ਪ੍ਰੋਜੈਕਟਸ ਨੇ ਜਿਸ ਵਿੱਚ ਅਲਬਰਟਾ ਨੂੰ ਦਿਖਾਇਆ ਗਿਆ। ਇਸ ਤੋਂ ਬਾਅਦ ਹੁਣ ਅਲਬਰਟਾ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਕਿਹਾ ਕਿ ਫਿਲਮ ਅਤੇ ਟੀਵੀ ਸੈਕਟਰ ਦੇ ਵਿੱਚ ਉਹਨਾਂ ਵੱਲੋਂ ਹੋਰ ਵੀ ਇਨਵੈਸਟ ਕੀਤਾ ਜਾਵੇਗਾ। ਅਲਬਰਟਾ ਦੇ ਬਜਟ ਵਿੱਚ $70 ਮਿਲੀਅਨ ਫਿਲਮ ਅਤੇ ਟੈਲੀਵਿਜ਼ਨ ਟੈਕਸ ਕ੍ਰੈਡਿਟ ਪ੍ਰੋਗਰਾਮ ਵਾਸਤੇ ਰੱਖੇ ਗਏ, ਜੋ ਕਿ 2022 ਤੋਂ 2023 ਵਾਸਤੇ ਹਨ ਤੇ 2024 ਤੋਂ ਲੈ ਕੇ 2025 ਤੱਕ $225 ਮਿਲੀਅਨ ਰੱਖੇ ਗਏ ਹਨ। ਹੁਣ ਇਸ ਸਭ ਬਾਰੇ ਅਲਬਰਟਾ ਦੇ ਮਿਨਿਸਟਰ ਆਫ ਜੌਬਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਇਹ
ਭਵਿੱਖ ਵਾਸਤੇ ਚੰਗਾ ਹੈ। ਹੁਣ ਟੀਚਾ ਤੈਅ ਕੀਤਾ ਗਿਆ ਹੈ ਕਿ ਫਿਲਮ ਸੈਕਟਰ ਨੂੰ 1.5 ਬਿਲੀਅਨ ਡਾਲਰ ਨਾਲ ਅਗਲੇ ਦਹਾਕੇ ਤੱਕ ਵਧਾਇਆ ਜਾਵੇ। ਦੱਸ ਦਈਏ ਕਿ ਜਦੋਂ ਜਨਵਰੀ 2020 ਵਿੱਚ ਫਿਲਮ ਐਂਡ ਟੈਲੀਵਿਜ਼ਨ ਟੈਕਸ ਕ੍ਰੈਡਿਟ ਦਾ ਐਲਾਨ ਕੀਤਾ ਗਿਆ ਤੇ ਇਸ ਨੇ ਬਾਰਟ ਐਲਬਰਟਾ ਦੇ ਵਿੱਚ ਪ੍ਰੋਡਕਸ਼ਨਸ ਨੂੰ ਆਕਰਸ਼ਿਤ ਕੀਤਾ। ਉਮੀਦ ਕੀਤੀ ਗਈ ਕਿ ਇਹਨਾਂ ਵੱਲੋਂ 621 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ, ਜਿਸ ਨਾਲ ਇਸ ਸੂਬੇ ਵਿੱਚ ਕਈ ਨੌਕਰੀਆਂ ਜਨਰੇਟ ਹੋਣਗੀਆਂ। ਇੱਥੇ ਅੰਦਾਜ਼ਾ ਲਗਾਇਆ ਗਿਆ ਕਿ 12,500 ਦੇ ਕਰੀਬ ਡਾਇਰੈਕਟ ਅਤੇ ਇਨਡਾਇਰੈਕਟ ਜੌਬਸ ਆਉਣਗੀਆਂ। ਇਸ ਤੋਂ ਬਾਅਦ ਕੈਨੇਡਾ ਸਰਕਾਰ ਵੱਲੋਂ ਇਸ ਨਾਲ ਸੰਬੰਧਿਤ ਵਰਕ ਪਰਮਿਟ ਬਾਰੇ ਵੀ ਜਾਣਕਾਰੀ ਦਿੱਤੀ ਗਈ ਤਾਂ ਕਿ ਕੈਨੇਡਾ ਵਿੱਚ ਇਸ ਖਿੱਤੇ ਨਾਲ ਜੁੜੇ ਹੋਏ ਲੋਕਾਂ ਨੂੰ ਆਉਣ ਵਿੱਚ ਆਸਾਨੀ ਹੋਵੇ। ਹੁਣ ਜਿਹੜੇ ਟੀਵੀ ਐਂਡ ਫਿਲਮ ਪ੍ਰੋਡਕਸ਼ਨ ਵਰਕ ਪਰਮਿਟ ਕੈਟੇਗਰੀ ਅਧੀਨ ਆਉਂਦੇ ਨੇ, ਉਹਨਾਂ ਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਤੋਂ ਬਾਹਰ ਰੱਖਿਆ ਗਿਆ। ਕੈਨੇਡਾ ਦੇ 2 ਸੂਬਿਆਂ ਵਿੱਚ ਤੂਫਾਨ ਨੇ ਭਾਰੀ ਨੁਕਸਾਨ ਮਚਾਇਆ। ਕਈ ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਘਰਾਂ ਦੀ ਬਿਜਲੀ ਗੁੱਲ ਹੋ ਗਈ। ਇਹਨਾਂ 2 ਸੂਬਿਆਂ ਦੇ ਵਿੱਚ ਜੋ ਨੁਕਸਾਨ ਹੋਇਆ ਉਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਕੁਝ ਰਿਪੋਰਟਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ 10 ਦੇ ਕਰੀਬ ਲੋਕਾਂ ਦੀ ਇਸ ਕਾਰਨ ਮੌਤ ਹੋ ਚੁੱਕੀ ਹੈ। ਜਿਨ੍ਹਾਂ ਘਰਾਂ ਦੀ ਬਿਜਲੀ ਗੁੱਲ ਹੋਈ ਹੈ, ਇਸ ਬਾਰੇ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਲਦ ਠੀਕ ਹੋ ਜਾਏਗੀ, ਪਰ ਇਸ ਨੂੰ ਅਜੇ ਕੁਝ ਦਿਨ ਲੱਗਣਗੇ। ਕੈਨੇਡਾ ਦੇ 2 ਸੂਬਿਆਂ ਵਿੱਚ ਜੋ ਤੂਫਾਨ ਆਇਆ ਉਸਨੇ ਭਾਰੀ ਨੁਕਸਾਨ ਕੀਤਾ। ਓਨਟਾਰੀਓ ਅਤੇ ਕਿਊਬੈਕ ਦੀ ਸਥਿਤੀ ਬਾਰੇ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਤੂਫਾਨ ਕਾਰਨ 8 ਜਣਿਆਂ ਦੀ ਜਾਨ ਚਲੀ ਗਈ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ। ਜੀ ਹਾਂ, ਲੰਘੇ ਵੀਕਐਂਡ ਤੇ ਓਨਟਾਰੀਓ ਦੇ ਦੱਖਣੀ ਹਿੱਸੇ ਅਤੇ ਕਿਊਬੈਕ ਵਿੱਚ ਭਾਰੀ ਤੂਫਾਨ ਆਇਆ, ਜਿਸ ਨਾਲ ਵੱਡੇ ਪੱਧਰ ਤੇ ਨੁਕਸਾਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਹ ਵੀ ਪਤਾ ਚੱਲਿਆ ਕਿ 8 ਜਣਿਆਂ ਦੀ ਜਾਨ ਚਲੀ ਗਈ ਅਤੇ ਕਈ ਘਰਾਂ ਦੀ ਬਿਜਲੀ ਗੁੱਲ ਹੋ ਗਈ। ਹੁਣ ਇਹਨਾਂ ਘਰਾਂ ਦੀ ਬਿਜਲੀ ਵਾਪਸ ਲਿਆਉਣ ਸੰਬੰਧੀ ਕਰਮਚਾਰੀਆਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਇਸ ਬਾਰੇ ਟਾਊਨਸ਼ਿਪ ਆਫ ਐਕਸਬ੍ਰਿਜ ਦੀ ਵੈਬਸਾਈਟ ਤੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਕਈ ਦਰੱਖਤ ਡਿੱਗ ਗਏ, ਜਿਸ ਕਾਰਨ ਬਿਜਲੀ ਦੀਆਂ ਲਾਈਨਾਂ ਤੇ ਅਸਰ ਪਿਆ ਤੇ ਬਿਜਲੀ ਦੀ ਸਪਲਾਈ ਟੁੱਟ ਗਈ। ਇਸ ਬਾਰੇ ਓਨਟਾਰੀਓ ਹਾਈਡਰੋ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਬਿਜਲੀ ਸਪਲਾਈ ਨੂੰ ਠੀਕ ਕਰਨ ਵਿੱਚ ਅਜੇ ਕੁਝ ਹੋਰ ਦਿਨ ਵੀ ਲੱਗ ਸਕਦੇ ਨੇ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ 200 ਦੇ ਕਰੀਬ ਖੰਭੇ ਡਿੱਗ ਗਏ। ਜਾਣਕਾਰੀ ਮੁਤਾਬਕ ਜਿਹੜੇ ਖੰਭੇ ਡਿੱਗੇ ਨੇ ਉਸ ਕਾਰਨ ਕਈ ਲੋਕ ਪ੍ਰਭਾਵਿਤ ਹੋਏ। ਹਾਈਡਰੋ ਵਨ ਦੇ ਇੱਕ ਸਪੋਕਸਪਰਸਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਵੱਲੋਂ ਹੁਣ ਲਗਾਤਾਰ ਕੰਮ ਕੀਤਾ ਜਾ ਰਿਹਾ ਤਾਂ ਕਿ ਜਲਦ ਤੋਂ ਜਲਦ ਬਿਜਲੀ ਠੀਕ ਕੀਤੀ ਜਾਵੇ, ਪਰ ਇਸ ਵਿੱਚ ਅਜੇ ਸਮਾਂ ਲੱਗੇਗਾ। ਉਧਰ ਕਿਊਬੈਕ ਹਾਈਡਰੋ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਤੂਫਾਨ ਦੇ ਕਾਰਨ ਪ੍ਰੋਵਿੰਸ ਵਿੱਚ 5 ਲੱਖ ਤੋਂ ਵੱਧ ਕੰਜ਼ਿਊਮਰ ਪ੍ਰਭਾਵਿਤ ਹੋਏ, ਜਿਨ੍ਹਾਂ ਦੀ ਬਿਜਲੀ ਗੁੱਲ ਹੋ ਗਈ। ਇਸ ਨੂੰ ਠੀਕ ਕਰਨ ਵਿੱਚ ਕੁਝ ਦਿਨ ਲੱਗਣਗੇ। ਕਾਮਾਗਾਟਾ ਮਾਰੂ ਦੀ ਘਟਨਾ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯਾਦ ਕੀਤਾ ਗਿਆ ਤੇ ਇਸ ਮੌਕੇ ਉਹਨਾਂ ਨੇ ਖਾਸ ਸਟੇਟਮੈਂਟ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਵੀ ਇਸ ਬਾਰੇ ਟਵੀਟ ਕੀਤਾ ਗਿਆ। ਇਸ ਦੌਰਾਨ ਪੀੜਤਾਂ ਦੇ ਬਾਰੇ ਵੀ ਇਹ ਦੋਨੋਂ ਲੀਡਰਸ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਉਹਨਾਂ ਨੇ ਇਸ ਘਟਨਾ ਬਾਰੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। 108 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਯਾਦ ਕੀਤਾ ਗਿਆ ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਦਾ ਵੀ ਇਸ ਬਾਰੇ ਟਵੀਟ ਸਾਹਮਣੇ ਆਇਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ, ਜਿੱਥੇ ਉਹਨਾਂ ਕਿਹਾ ਕਿ ਕਾਮਾਗਾਟਾ ਮਾਰੂ ਦੀ ਘਟਨਾ ਨਾ ਭੁੱਲਣ ਵਾਲੀ ਹੈ। ਇਸ ਦੌਰਾਨ ਜਿਨ੍ਹਾਂ ਵੱਲੋਂ ਦਰਦ ਤੇ ਤਕਲੀਫ ਸਹੀ ਗਈ ਉਹ ਨਹੀਂ ਭੁੱਲਿਆ ਜਾ ਸਕਦਾ। ਇਸ ਮੌਕੇ 108ਵੀਂ ਐਨੀਵਰਸਰੀ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪੀੜਤਾਂ ਨੂੰ ਯਾਦ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੀਮੀਅਰ ਜੌਨ ਹੌਰਗਨ ਦਾ ਵੀ ਇੱਕ ਟਵੀਟ ਸਾਹਮਣੇ ਆਇਆ, ਜਿੱਥੇ ਉਹਨਾਂ ਦੱਸਿਆ ਕਿ 108 ਸਾਲ ਪਹਿਲਾਂ 376 ਸਿੱਖ, ਮੁਸਲਮਾਨ ਤੇ ਹਿੰਦੂ ਯਾਤਰੀ ਕਾਮਾਗਾਟਾ ਮਾਰੂ ਜਹਾਜ਼ ਤੇ ਸਵਾਰ ਹੋ ਕੇ ਆਏ ਸਨ, ਪਰ ਉਹਨਾਂ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਮੌਕੇ ਜੋ ਵੀ ਹੋਇਆ ਉਹ ਗਲਤ ਸੀ ਤੇ ਅਸੀਂ ਇਨਜਸਟਿਸ ਦੇ ਖਿਲਾਫ ਖੜੇ ਹਾਂ। ਜਾਣਕਾਰੀ ਲਈ ਦੱਸ ਦਈਏ ਕਿ 376 ਮੁਸਾਫਰਾਂ ਨੂੰ ਲੈ ਕੇ ਕਾਮਾਗਾਟਾ ਮਾਰੂ ਦਾ ਜਹਾਜ਼ ਹਾਂਗਕਾਂਗ, ਸ਼ੰਘਾਈ, ਚਾਈਨਾ ਤੋਂ ਰਵਾਨਾ ਹੋ ਕੇ ਜਾਪਾਨ ਵਿੱਚ ਦੀ ਲੰਘਦਾ ਹੋਇਆ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਪਹੁੰਚਾ। ਜਦੋਂ ਇਹ ਜਹਾਜ਼ ਕੈਨੇਡਾ ਵਿੱਚ ਪਹੁੰਚਾ ਤਾਂ ਇੱਥੇ ਯਾਤਰੀਆਂ ਨੂੰ ਉਤਰਨ ਨਹੀਂ ਦਿੱਤਾ ਗਿਆ। ਇਸੇ ਘਟਨਾ ਨੂੰ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਯਾਦ ਕੀਤਾ ਗਿਆ ਤੇ ਉਹਨਾਂ ਨੇ ਇਸ ਬਾਰੇ ਸਟੇਟਮੈਂਟ ਜਾਰੀ ਕੀਤੀ। ਟੋਰਾਂਟੋ ਤੋਂ ਸ਼ਰਮਨਾਕ ਮਾਮਲਾ ਸਾਹਮਣੇ ਆਇਆ, ਜਿਸ ਸੰਬੰਧ ਵਿੱਚ 17 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 7 ਪੁਲਿਸ ਆਫੀਸਰ ਜ਼ਖਮੀ ਵੀ ਦੱਸੇ ਜਾ ਰਹੇ ਨੇ। ਹੁਣ ਤੱਕ ਇਸ ਘਟਨਾ ਬਾਰੇ ਜੋ ਪੁਲਿਸ ਨੇ ਅਪਡੇਟ ਦਿੱਤੀ, ਉਹਨਾਂ ਕਿਹਾ ਕਿ ਗੱਡੀ ਵਿੱਚੋਂ ਦੂਜੇ ਵਿਅਕਤੀਆਂ ਦੇ ਪਟਾਕੇ ਸੁੱਟੇ ਜਾ ਰਹੇ ਸਨ। ਇੱਥੇ ਜੋ ਹਿੰਸਾ ਦੇਖਣ ਨੂੰ ਮਿਲੀ, ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਟੋਰਾਂਟੋ ਦੇ ਵੁੱਡਵਾਈਨ ਬੀਚ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ।
ਇੱਥੇ ਰਾਤ ਸਮੇਂ ਜੋ ਹਿੰਸਾ ਹੋਈ ਉਸ ਕਾਰਨ 2 ਨੂੰ ਗੋਲੀ ਲੱਗੀ, 7 ਪੁਲਿਸ ਵਾਲੇ ਜ਼ਖਮੀ ਦੱਸੇ ਜਾ ਰਹੇ ਨੇ ਤੇ ਪੁਲਿਸ ਵੱਲੋਂ ਇਸ ਬਾਰੇ ਡਿਟੇਲ ਸਾਂਝੀ ਕਰਦਿਆਂ ਕਿਹਾ ਕਿ ਉਹਨਾਂ ਨੇ ਕਾਰਵਾਈ ਕਰਕੇ 17 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ, ਪਰ ਜੋ ਕੁਝ ਵੀ ਰਾਤ ਸਮੇਂ ਹੋਇਆ ਉਸਨੇ 7 ਆਫੀਸਰਸ ਨੂੰ ਵੀ ਜ਼ਖਮੀ ਕਰ ਦਿੱਤਾ। ਪੁਲਿਸ ਵੱਲੋਂ ਡਿਟੇਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ 2 ਤੇ ਗੋਲੀਆਂ ਚਲਾਈਆਂ ਗਈਆਂ, ਇੱਕ ਵਿਅਕਤੀ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਤੇ 2 ਜਾਣਿਆਂ ਨੂੰ ਬੰਦੂਕ ਦੀ ਨੋਕ ਤੇ ਲੁੱਟਿਆ ਗਿਆ। ਇੱਥੇ ਕਈ ਲੋਕ ਗੱਡੀ ਵਿੱਚੋਂ ਦੂਜਿਆਂ ਤੇ ਪਟਾਕੇ ਸੁੱਟਦੇ ਹੋਏ ਦਿਖਾਈ ਦਿੱਤੇ। ਸੋਸ਼ਲ ਮੀਡੀਆ ਉੱਪਰ ਇਸ ਨਾਲ ਸੰਬੰਧਿਤ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਲੋਕ ਇੱਕ ਦੂਸਰੇ ਤੇ ਰੋਮਨ ਕੈਂਡਲ ਸੁੱਟ ਰਹੇ ਨੇ। ਇੱਥੇ ਲੋਕਾਂ ਨੇ ਆਪਸ ਵਿੱਚ ਝਗੜਾ ਕੀਤਾ। ਇਸ ਤੋਂ ਇਲਾਵਾ ਪੁਲਿਸ ਆਫੀਸਰਸ ਦੇ ਦੱਸਣ ਮੁਤਾਬਕ ਲੋਕ ਵਾਹਨਾਂ ਵਿੱਚੋਂ ਦੂਜਿਆਂ ਤੇ ਪਟਾਕੇ ਸੁੱਟ ਰਹੇ ਸਨ। ਟੋਰਾਂਟੋ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਹੁਣ ਤੱਕ ਦੀ ਸਾਰੀ ਡੀਟੇਲ ਦੱਸੀ ਹੈ। First, I'd like to say that last night, Sunday, May 22nd, the Toronto Police Service had a visible presence, including various police resources at Woodbine Beach and Asperger's Bay. Over the course of several hours, there were multiple incidents, including a shooting, a stabbing, and 2 reported robberies at gunpoint. Officers also responded to multiple calls of crowds of people illegally setting off fireworks. We allege that some individuals were intentionally directing fireworks at people, including at police officers. This reckless behavior resulted in injuries to our officers, and our officers immediately responded to protect the public. Despite a hostile crowd and having fireworks aimed at them, officers were able to successfully make arrests, and the crowd was eventually dispersed. Approximately 17 arrests were made, and we continue to receive updates from the divisions so that that number is subject to change, with expected charges to be added, including for assaulting a police officer. A news release will be issued later today on the criminal charges. Numerous injuries were reported, including 7 police officers. Some of the officers' injuries are serious in nature and include 1 officer breaking a leg while responding to a shooting, 2 officers receiving burns and ear injuries with ਇਮੀਗ੍ਰੇਸ਼ਨ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ, ਜਿੱਥੇ ਵੱਖ-ਵੱਖ ਸੂਬਿਆਂ ਵੱਲੋਂ ਡਰਾਅ ਕੱਢੇ ਗਏ। ਇਹਨਾਂ ਪ੍ਰੋਵਿੰਸਸ ਵੱਲੋਂ ਜਿਹੜੇ ਡਰਾਅ ਕੱਢੇ ਗਏ ਉਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਚ ਆ ਗਈ ਹੈ, ਜਿਨ੍ਹਾਂ ਨੂੰ ਇਨਵੀਟੇਸ਼ਨ ਹਾਸਲ ਹੋਏ ਹਨ। ਕੈਨੇਡਾ ਤੋਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਈ, ਜਿੱਥੇ ਵੱਖ-ਵੱਖ ਸੂਬਿਆਂ ਵੱਲੋਂ ਕੱਢੇ ਗਏ ਡਰਾਅ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੈਨੇਡਾ ਦੇ ਕਈ ਸੂਬਿਆਂ ਵੱਲੋਂ PNP ਡਰਾਅ ਕੱਢੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਹੋਏ। ਕਿਊਬੈਕ, ਬ੍ਰਿਟਿਸ਼ ਕੋਲੰਬੀਆ, ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਜਿਹੜੇ ਡਰਾਅ ਕੱਢੇ ਗਏ ਉਸ ਬਾਰੇ ਨਤੀਜੇ ਸਾਂਝੇ ਕੀਤੇ ਗਏ ਹਨ। ਕਿਊਬੈਕ ਸੂਬੇ ਵੱਲੋਂ 5 ਮਈ ਨੂੰ ਡਰਾਅ ਕੱਢਿਆ ਗਿਆ, ਜਿੱਥੇ ਕਿਊਬੈਕ ਰੈਗੂਲਰ ਸਕਿਲਡ ਵਰਕਰ ਪ੍ਰੋਗਰਾਮ ਰਾਹੀਂ 30 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਜਿਹੜੇ ਉਮੀਦਵਾਰਾਂ ਨੂੰ ਸੱਦੇ ਹਾਸਲ ਹੋਏ ਉਹਨਾਂ ਦੀ ਪ੍ਰੋਫਾਈਲ ਅਰੀਮਾ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਵਿੱਚ ਸੀ। ਇਸ ਤੋਂ ਇਲਾਵਾ ਇਹਨਾਂ ਉਮੀਦਵਾਰਾਂ ਲਈ ਜ਼ਰੂਰੀ ਸੀ ਕਿ ਮੌਂਟਰੀਅਲ ਤੋਂ ਬਾਹਰ ਦਾ ਉਹਨਾਂ ਕੋਲ ਵੈਲਿਡ ਜੌਬ ਆਫਰ ਹੋਵੇ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਵੀ ਡਰਾਅ ਕੱਢਿਆ ਗਿਆ। ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦਾ ਐਲਾਨ 17 ਮਈ ਨੂੰ ਕੀਤਾ ਗਿਆ, ਜਿੱਥੇ 175 ਤੋਂ ਵੱਧ ਬ੍ਰਿਟਿਸ਼ ਕੋਲੰਬੀਆ ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। 154 ਉਮੀਦਵਾਰ ਉਹ ਸਨ ਜਿਨ੍ਹਾਂ ਨੂੰ ਜਨਰਲ ਡਰਾਅ ਰਾਹੀਂ ਸੱਦੇ ਹਾਸਲ ਹੋਏ। ਇਹ ਉਮੀਦਵਾਰ ਸਕਿਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ ਅਤੇ ਐਂਟਰੀ ਲੈਵਲ ਐਂਡ ਸੈਮੀ ਸਕਿਲਡ ਸਬ ਕੈਟਾਗਰੀਜ਼ ਵਿੱਚ ਸਨ। ਇਸ ਵਾਸਤੇ ਉਮੀਦਵਾਰਾਂ ਲਈ ਜ਼ਰੂਰੀ ਸੀ ਕਿ ਉਹਨਾਂ ਕੋਲ 77 ਤੋਂ 123 ਦੇ ਵਿਚਕਾਰ ਸਕੋਰਸ ਹੋਣ। ਦੱਸ ਦਈਏ ਕਿ ਸੂਬੇ ਵੱਲੋਂ 2 ਅਲੱਗ-ਅਲੱਗ ਡਰਾਅ ਕੱਢੇ ਜਾਂਦੇ ਨੇ, ਜਿਸ ਵਿੱਚ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਪ੍ਰਿੰਸ ਐਡਵਰਡ ਆਈਲੈਂਡ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦਾ ਐਲਾਨ 20 ਮਈ ਨੂੰ ਕੀਤਾ ਗਿਆ, ਜਿਸ ਵਿੱਚ 153 ਉਮੀਦਵਾਰਾਂ ਦੀ ਕਿਸਮਤ ਚ ਆ ਗਈ। ਇਹਨਾਂ ਵਿੱਚ ਜ਼ਿਆਦਾਤਰ ਉਹ ਉਮੀਦਵਾਰ ਰਹੇ ਜਿਹੜੇ ਐਕਸਪ੍ਰੈਸ ਐਂਟਰੀ ਅਤੇ ਲੇਬਰ ਇੰਪੈਕਟ ਕੈਂਡੀਡੇਟ ਸਨ। ਇਸ ਤਰ੍ਹਾਂ ਦੇ ਕੁੱਲ 137 ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ। 16 ਬਿਜ਼ਨਸ ਇੰਪੈਕਟ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਜ਼ਰੂਰੀ ਸੀ ਕਿ ਇਹਨਾਂ ਕੋਲ 62 ਪੁਆਇੰਟਸ ਹੋਣ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸੂਬੇ ਲਗਾਤਾਰ ਡਰਾਅ ਐਲਾਨ ਕਰ ਰਹੇ ਨੇ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਰਹੇ ਨੇ। ਦਸਤਾਰ ਤੇ ਇੱਕ ਲੈਕਚਰਰ ਨੂੰ ਟਿੱਪਣੀ ਕਰਨੀ ਮਹਿੰਗੀ ਪੈ ਗਈ। ਇਸ ਵੱਲੋਂ 2 ਸਾਲ ਤੱਕ ਆਪਣੇ ਕੁਲੀਗ ਨੂੰ ਕਾਫੀ ਹੈਰਾਸ ਕੀਤਾ ਗਿਆ।
ਇਹ ਮਾਮਲਾ ਯੂਕੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ, ਜਿੱਥੇ ਇੱਕ ਲੈਕਚਰਰ ਵੱਲੋਂ ਆਪਣੀ ਕੁਲੀਗ ਦੀ ਦਸਤਾਰ ਤੇ ਟਿੱਪਣੀ ਕੀਤੀ ਗਈ, ਜਿਸ ਤੋਂ ਬਾਅਦ ਹੁਣ ਉਸ ਦਾ ਕੈਰੀਅਰ ਖਤਮ ਹੋ ਗਿਆ ਕਿਉਂਕਿ ਉਸ ਦੇ ਅਹੁਦੇ ਤੋਂ ਉਸ ਨੂੰ ਹਟਾ ਦਿੱਤਾ ਗਿਆ ਹੈ। ਆਪਣੀ ਸਿੱਖ ਕੁਲੀਗ ਦੀ ਪੱਗ ਤੇ ਟਿੱਪਣੀ ਕਰਨਾ ਨਰਸਿੰਗ ਲੈਕਚਰਰ ਨੂੰ ਮਹਿੰਗਾ ਪੈ ਗਿਆ ਕਿਉਂਕਿ ਅਜਿਹਾ ਕਰਨ ਤੇ ਹੁਣ ਉਸ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸ ਲੈਕਚਰਰ ਵੱਲੋਂ ਲਗਾਤਾਰ ਸਿੱਖ ਕੁਲੀਗ ਦੀ ਦਸਤਾਰ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਜਿਸ ਲੈਕਚਰਰ ਵੱਲੋਂ ਅਜਿਹਾ ਕੀਤਾ ਗਿਆ ਉਸ ਦਾ ਨਾਮ ਸੈਲਵਨ ਦੱਸਿਆ ਗਿਆ, ਜੋ ਕਿ ਐਂਜਲੀਆ ਰਸਕਿਨ ਯੂਨੀਵਰਸਿਟੀ ਵਿੱਚ ਚਾਈਲਡ ਨਰਸਿੰਗ ਲੈਕਚਰਰ ਸੀ। ਸੈਲਵਨ ਵੱਲੋਂ ਜਿਹੜੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ, ਉਸ ਤੋਂ ਬਾਅਦ ਉਸ ਦਾ ਨਰਸਿੰਗ ਲਾਇਸੈਂਸ ਰੱਦ ਕਰ ਦਿੱਤਾ ਗਿਆ, ਜਿਸ ਨਾਲ ਉਸ ਦਾ 22 ਸਾਲਾਂ ਦਾ ਕੈਰੀਅਰ ਹੁਣ ਖਤਮ ਹੋ ਚੁੱਕਿਆ ਹੈ। ਜਾਣਕਾਰੀ ਮੁਤਾਬਕ ਇਸ ਵੱਲੋਂ ਲਗਾਤਾਰ ਆਪਣੀ ਕੁਲੀਗ ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ। ਇਸ ਵੱਲੋਂ ਆਪਣੇ ਕੁਲੀਗ ਨੂੰ 2 ਸਾਲਾਂ ਤੱਕ ਹੈਰਾਸ ਕੀਤਾ ਗਿਆ। ਦੱਸਿਆ ਗਿਆ ਕਿ ਇਸਨੇ ਅਕਤੂਬਰ 2016 ਅਤੇ ਦਸੰਬਰ 2018 ਤੱਕ ਆਪਣੀ ਕੁਲੀਗ ਨੂੰ ਪਰੇਸ਼ਾਨ ਕੀਤਾ ਤੇ ਜਿਸ ਦਾ ਨਤੀਜਾ ਹੁਣ ਉਸ ਨੂੰ ਭੁਗਤਣਾ ਪਿਆ। ਇੰਨੇ ਨਹੀਂ, ਸੈਲਵਨ ਵੱਲੋਂ ਕਈ ਪਾਰਟੀਆਂ ਦੇ ਉੱਪਰ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਟਿੱਪਣੀਆਂ ਕਰਦਿਆਂ ਤੰਜ ਕੱਸੇ ਜਾਂਦੇ ਸਨ। ਹੁਣ ਸੈਲਵਨ ਨੇ ਆਪਣੇ ਚਾਰਜਸ ਦਾ ਐਡਮਿਟ ਕਰ ਲਏ, ਪਰ ਉਹ ਅਜੇ ਕੋਰਟ ਵਿੱਚ ਪੇਸ਼ ਨਹੀਂ ਹੋਇਆ। ਇਸ ਮਾਮਲੇ ਤੋਂ ਬਾਅਦ ਐਂਜਲੀਆ ਰਸਕਿਨ ਯੂਨੀਵਰਸਿਟੀ ਵੱਲੋਂ ਵੀ ਸਟੇਟਮੈਂਟ ਜਾਰੀ ਕਰ ਦਿੱਤੀ ਹੈ। ਕੈਨੇਡਾ ਵਿੱਚ ਹੈਪੇਟਾਈਟਸ ਦੇ ਕਈ ਮਾਮਲੇ ਸਾਹਮਣੇ ਆਏ। 10 ਬੱਚੇ ਇਸ ਦੀ ਲਪੇਟ ਵਿੱਚ ਆਏ ਨੇ। ਇਹਨਾਂ 10 ਬੱਚਿਆਂ ਨੂੰ ਹੀ ਹਸਪਤਾਲ ਵਿੱਚ ਭਰਤੀ ਕਰਵਾਉਣਾ ਪੈ ਗਿਆ। ਇਸ ਬਾਰੇ ਪਬਲਿਕ ਹੈਲਥ ਏਜੰਸੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਕਿਹਾ ਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਬੱਚਿਆਂ ਨੂੰ ਇਹ ਹੈਪੇਟਾਈਟਸ ਕਿਵੇਂ ਹੋਇਆ। ਹੁਣ ਤੱਕ ਕਈ ਬੱਚੇ ਹੈਪੇਟਾਈਟਸ ਦਾ ਸ਼ਿਕਾਰ ਹੋ ਚੁੱਕੇ ਨੇ। ਕੈਨੇਡਾ ਵਿੱਚ ਇਸ ਨਾਲ ਜੁੜੇ ਹੋਏ 10 ਦੇ ਕਰੀਬ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜੀ ਹਾਂ, ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਕੈਨੇਡਾ ਵਿੱਚ ਹੈਪੇਟਾਈਟਸ ਨਾਲ ਜੁੜੇ ਹੋਏ 10 ਮਾਮਲੇ ਸਾਹਮਣੇ ਆ ਚੁੱਕੇ ਨੇ, ਜੋ ਕਿ ਬੱਚਿਆਂ ਵਿੱਚ ਪਾਏ ਗਏ। ਏਜੰਸੀ ਵੱਲੋਂ ਇਸ ਦੀ ਜਾਣਕਾਰੀ ਵੈਬਸਾਈਟ ਦੇ ਉੱਪਰ ਵੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਐਲਬਰਟਾ ਤੋਂ 3 ਮਾਮਲੇ, ਮੈਨੀਟੋਬਾ ਤੋਂ 2, ਓਨਟਾਰੀਓ ਤੋਂ 4 ਅਤੇ ਕਿਊਬਿਕ ਤੋਂ 1 ਮਾਮਲਾ ਸਾਹਮਣੇ ਆ ਚੁੱਕਿਆ ਹੈ। ਜਿਹੜੇ ਬੱਚੇ ਇਸ ਦਾ ਸ਼ਿਕਾਰ ਹੋਏ ਉਹਨਾਂ ਦੀ ਉਮਰ 1 ਸਾਲ ਤੋਂ 13 ਸਾਲ ਦੇ ਵਿਚਕਾਰ ਦੱਸੀ ਗਈ, ਜਿਹੜੇ 3 ਨਵੰਬਰ 2021 ਤੋਂ ਲੈ ਕੇ ਅਪ੍ਰੈਲ 23, 2022 ਤੱਕ ਬਿਮਾਰ ਹੋਏ ਨੇ। ਹੁਣ ਤੱਕ ਜਿਹੜੇ ਬੱਚਿਆਂ ਨੂੰ ਵੀ ਹੈਪੇਟਾਈਟਸ ਹੋਇਆ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਇਹਨਾਂ ਵਿੱਚੋਂ 2 ਤਾਂ ਅਜਿਹੇ ਸਨ ਜਿਨ੍ਹਾਂ ਨੂੰ ਲਿਵਰ ਟ੍ਰਾਂਸਪਲਾਂਟ ਦੀ ਜ਼ਰੂਰਤ ਪਈ। ਫਿਲਹਾਲ ਇਸ ਕਾਰਨ ਕਿਸੇ ਵੀ ਬੱਚੇ ਦੀ ਮੌਤ ਹੋਣ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ। ਦੱਸ ਦਈਏ ਕਿ ਹੈਪੇਟਾਈਟਸ ਲਿਵਰ ਨਾਲ ਜੁੜਿਆ ਹੋਇਆ ਇੱਕ ਰੋਗ ਹੈ, ਜਿਸ ਦੇ ਕਾਰਨ ਪਤਾ ਲਗਾਉਣ ਦੀ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਉਹਨਾਂ ਨੂੰ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਬੱਚਿਆਂ ਵਿੱਚ ਕਿਵੇਂ ਤੇ ਕਿਸ ਤਰ੍ਹਾਂ ਫੈਲ ਰਿਹਾ ਹੈ। ਕੁਝ ਮੰਨਦੇ ਨੇ ਕਿ ਕੋਵਿਡ-19 ਵੀ ਇਸ ਪਿੱਛੇ ਕਾਰਨ ਹੋ ਸਕਦਾ ਹੈ, ਪਰ ਅਜੇ ਇਸ ਬਾਰੇ ਸਪਸ਼ਟ ਤੌਰ ਤੇ ਐਲਾਨ ਨਹੀਂ ਕੀਤਾ ਗਿਆ। ਇਸ ਦੇ ਸਿੰਪਟਮਸ ਵੀ ਏਜੰਸੀ ਵੱਲੋਂ ਦੱਸੇ ਗਏ, ਜਿਸ ਵਿੱਚ ਚਮੜੀ ਅਤੇ ਅੱਖਾਂ ਦਾ ਪੀਲਾ ਪੈਣਾ, ਐਬਡੋਮੀਨਲ ਪੇਨ, ਨੌਜ਼ੀਆ, ਵੋਮਿਟਿੰਗ, ਡਾਰਕ ਯੂਰਿਨ, ਲਾਈਟ ਕਲਰਡ ਸਟੂਲਸ, ਲਾਸ ਆਫ ਐਪੀਟਾਈਟ, ਫੀਵਰ ਅਤੇ ਫਟੀਗ ਦੱਸਿਆ ਗਿਆ। ਹੁਣ ਸਰਕਾਰ ਵੱਲੋਂ ਹਦਾਇਤ ਦਿੱਤੀ ਜਾ ਰਹੀ ਹੈ ਕਿ ਮਾਂ-ਬਾਪ ਖਾਸ ਤੌਰ ਤੇ ਖਿਆਲ ਰੱਖਣ ਤੇ ਆਪਣੇ ਬੱਚਿਆਂ ਨੂੰ ਬਾਰ-ਬਾਰ ਹੱਥ ਧੋਣ ਵਾਸਤੇ ਕਹਿਣ। ਜਿਹੜੇ ਬਿਮਾਰ ਨੇ ਉਹਨਾਂ ਨਾਲ ਘੱਟ ਮੁਲਾਕਾਤ ਕੀਤਾ ਜਾਵੇ ਤੇ ਆਪਣੀਆਂ ਅੱਖਾਂ ਨੂੰ ਜ਼ਿਆਦਾ ਮਲਿਆ ਨਾ ਜਾਵੇ ਤੇ ਉਹ ਆਪਣਾ ਨੱਕ ਜਾਂ ਫਿਰ ਮੂੰਹ ਟੱਚ ਕਰਨ ਤੋਂ ਵੀ ਪਰਹੇਜ਼ ਕਰਨ। 90,000 ਦੇ ਕਰੀਬ ਰਿਫਿਊਜੀ ਕੈਨੇਡਾ ਆਉਣਗੇ। ਇਮੀਗ੍ਰੇਸ਼ਨ ਮੰਤਰੀ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਦਰਅਸਲ ਯੂਕਰੇਨ ਦੇ ਰਿਫਿਊਜੀਆਂ ਨੂੰ ਲੈ ਕੇ 3 ਉਡਾਨਾਂ ਕੈਨੇਡਾ ਵਿੱਚ ਆਉਣਗੀਆਂ, ਜਿਸ ਬਾਰੇ ਹੁਣ ਡਿਟੇਲ ਸਾਹਮਣੇ ਆਈ ਹੈ। ਜਿਹੜੀ ਪਹਿਲੀ ਉਡਾਨ ਹੈ ਉਹ ਅਗਲੇ ਹਫ਼ਤੇ ਹੀ ਕੈਨੇਡਾ ਪਹੁੰਚੇਗੀ। ਉਸ ਤੋਂ ਬਾਅਦ 2 ਆਉਣ ਵਾਲੀਆਂ ਚਾਰਟਰਡ ਫਲਾਈਟਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਕੈਨੇਡਾ ਵਿੱਚ ਆਉਣ ਵਾਲੇ ਯੂਕਰੇਨ ਰਿਫਿਊਜੀਆਂ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ 3 ਚਾਰਟਰਡ ਫਲਾਈਟਸ ਰਾਹੀਂ ਜਿਹੜੇ ਯੂਕਰੇਨ ਰਿਫਿਊਜੀ ਕੈਨੇਡਾ ਵਿੱਚ ਆਉਣਗੇ, ਉਹਨਾਂ ਵਿੱਚੋਂ ਪਹਿਲੀ ਚਾਰਟਰਡ ਫਲਾਈਟ ਜਲਦ ਹੀ ਕੈਨੇਡਾ ਵਿੱਚ ਲੈਂਡ ਹੋਵੇਗੀ, ਜਿਸ ਰਾਹੀਂ ਯੂਕਰੇਨ ਰਿਫਿਊਜੀ ਕੈਨੇਡਾ ਵਿੱਚ ਆਉਣਗੇ। ਹੁਣ ਮੈਨੀਟੋਬਾ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਜਿਹੜੀਆਂ 3 ਚਾਰਟਰ ਫਲਾਈਟਸ ਰਾਹੀਂ ਯੂਕਰੇਨ ਰਿਫਿਊਜੀ ਇੱਥੇ ਲਿਆਂਦੇ ਜਾਣਗੇ, ਉਹਨਾਂ ਵਿੱਚੋਂ ਪਹਿਲਾ ਚਾਰਟਰਡ ਅਗਲੇ ਹਫ਼ਤੇ ਪਹੁੰਚ ਰਿਹਾ ਹੈ। ਇਹ ਫਲਾਈਟ ਕੈਨੇਡਾ ਵਿੱਚ 2 ਵਜੇ ਲੈਂਡ ਕਰੇਗੀ, ਜੋ ਕਿ ਵਿਨੀਪੈਗ ਰਿਚਰਡਸਨ ਇੰਟਰਨੈਸ਼ਨਲ 에ਅਰਪੋਰਟ ਤੇ ਪਹੁੰਚੇਗੀ। ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ 3 ਉਡਾਨਾਂ ਰਾਹੀਂ ਕਿੰਨੇ ਯੂਕਰੇਨ ਰਿਫਿਊਜੀ ਆਉਣਗੇ। ਇਮੀਗ੍ਰੇਸ਼ਨ ਮੰਤਰੀ ਦੇ ਦੱਸਣ ਮੁਤਾਬਕ 90,000 ਦੇ ਕਰੀਬ ਯੂਕਰੇਨ ਵਾਸੀ ਕੈਨੇਡਾ ਵਿੱਚ ਲਿਆਂਦੇ ਜਾਣਗੇ।
ਦੂਸਰੀ ਉਡਾਨ 29 ਮਈ ਨੂੰ ਪੋਲੈਂਡ ਤੋਂ ਮੌਂਟਰੀਅਲ ਵਿੱਚ ਆਵੇਗੀ ਤੇ ਤੀਸਰੀ 2 ਜੂਨ ਨੂੰ ਹੈਲੀਫਿਕਸ ਵਿੱਚ ਪਹੁੰਚਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਕਈ ਯੂਕਰੇਨ ਰਿਫਿਊਜੀਆਂ ਦਾ ਸਵਾਗਤ ਕੀਤਾ ਗਿਆ, ਜਿਸ ਸੰਬੰਧੀ ਉਹਨਾਂ ਨੇ ਪ੍ਰੋਗਰਾਮ ਵੀ ਐਲਾਨ ਕੀਤੇ। ਕੈਨੇਡਾ ਦੇ ਕਈ ਸੂਬਿਆਂ ਵੱਲੋਂ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਯੂਕਰੇਨ ਤੋਂ ਆਉਣ ਵਾਲੇ ਰਿਫਿਊਜੀ ਸੂਬਿਆਂ ਵਿੱਚ ਆ ਸਕਦੇ ਨੇ ਤੇ ਉਹਨਾਂ ਨੂੰ ਇੱਥੇ ਨੌਕਰੀਆਂ ਹਾਸਲ ਕਰਨ ਦਾ ਮੌਕਾ ਵੀ ਇਹਨਾਂ ਪ੍ਰੋਵਿੰਸਸ ਵੱਲੋਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਵੱਲੋਂ ਐਲਾਨ ਕੀਤਾ ਕਿ 3 ਸਾਲ ਤੱਕ ਇਹ ਰਿਫਿਊਜੀ ਕੈਨੇਡਾ ਵਿੱਚ ਰਹਿ ਸਕਦੇ ਨੇ, ਜਿਸ ਬਾਰੇ ਉਹਨਾਂ ਨੇ ਇੱਕ ਸਪੈਸ਼ਲ ਪ੍ਰੋਗਰਾਮ ਲਿਆਂਦਾ ਹੈ। ਕੈਨੇਡਾ ਤੋਂ ਹਾਦਸੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿਸ ਦੌਰਾਨ ਇੱਕ ਰਾਹਗੀਰ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਪੀੜਤ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਬਰਨਵੀ ਵਿੱਚ ਇੱਕ ਹਾਦਸਾ ਵਾਪਰਿਆ, ਜਿਸ ਦੌਰਾਨ ਇੱਕ ਰਾਹਗੀਰ ਜ਼ਖਮੀ ਹੋ ਗਿਆ। ਜ਼ਖਮੀ ਹੋਣ ਵਾਲੇ ਰਾਹਗੀਰ ਦੀ ਉਮਰ 21 ਸਾਲ ਦੇ ਕਰੀਬ ਦੱਸੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜੋ ਜਾਣਕਾਰੀ ਦਿੱਤੀ ਗਈ, ਉਸ ਵਿੱਚ ਉਹਨਾਂ ਦੱਸਿਆ ਕਿ ਰਾਹਗੀਰ ਨੂੰ SUV ਦੀ ਟੱਕਰ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿੱਚ ਇਸ 21 ਸਾਲਾ ਨੌਜਵਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਇਸ ਜ਼ਖਮੀ ਹੋਏ ਨੌਜਵਾਨ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ, ਸਿਰਫ ਇਹੀ ਦੱਸਿਆ ਗਿਆ ਕਿ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਦੂਸਰੇ ਡਰਾਈਵਰ ਦੀ ਪਹਿਚਾਣ ਵੀ ਪੁਲਿਸ ਨੇ ਅਜੇ ਜਨਤਕ ਨਹੀਂ ਕੀਤੀ। ਮਾਮਲੇ ਦੀ ਜਾਂਚ ਪੜਤਾਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕਿਸੇ ਵਿਅਕਤੀ ਕੋਲ ਮਾਮਲੇ ਦੀ ਡੈਸ਼ ਕੈਮ ਵੀਡੀਓ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸਾਂਝੀ ਕਰਨ। ਇਸ ਬਾਰੇ ਪੁਲਿਸ ਵੱਲੋਂ ਆਪਣਾ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ਤੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਲ ਜਾਣਕਾਰੀ ਹੈ ਤਾਂ 6046469999 ਦੇ ਉੱਪਰ ਸੰਪਰਕ ਕਰਕੇ ਉਹਨਾਂ ਨਾਲ ਜਾਣਕਾਰੀ ਸਾਂਝੀ ਕਰਨ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕਿਊਬਿਕ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਨੇ, ਇਸ ਬਾਰੇ ਤਾਜ਼ਾ ਅਪਡੇਟ ਸਾਹਮਣੇ ਆਈ। ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ। ਇੱਥੇ ਹਸਪਤਾਲ ਵਿੱਚ 1562 ਮਰੀਜ਼ਾਂ ਦੀ ਗਿਣਤੀ ਦੱਸੀ ਗਈ ਤੇ ਇੰਟੈਂਸਿਵ ਕੇਅਰ ਅਧੀਨ 53 ਭਰਤੀ ਹਨ। ਪ੍ਰੋਵਿੰਸ ਵਿੱਚ 24 ਘੰਟਿਆਂ ਦੌਰਾਨ ਹੁਣ 1000 ਤੋਂ ਘੱਟ ਮਾਮਲਿਆਂ ਦੀ ਪਿਛਲੇ ਕੁਝ ਦਿਨਾਂ ਤੋਂ ਪੁਸ਼ਟੀ ਹੋ ਰਹੀ ਹੈ। ਇੱਥੇ 24 ਘੰਟਿਆਂ ਦੌਰਾਨ 626 ਕੋਰੋਨਾ ਦੇ ਮਾਮਲੇ ਰਿਕਾਰਡ ਕੀਤੇ ਗਏ ਤੇ 14 ਮੌਤਾਂ ਕੋਰੋਨਾ ਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ ਹੋ ਗਈਆਂ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 10,60,045 ਕੁੱਲ ਕੋਰੋਨਾ ਦੇ ਕੇਸਿਸ ਸਾਹਮਣੇ ਆ ਚੁੱਕੇ ਨੇ ਤੇ 15,326 ਮੌਤਾਂ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਇੱਥੇ ਹੋ ਚੁੱਕੀਆਂ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਜਿਨ੍ਹਾਂ ਦੀ ਉਮਰ 5 ਸਾਲ ਤੇ ਇਸ ਤੋਂ ਵੱਧ ਹੈ, ਉਹਨਾਂ ਵਿੱਚ 91% ਦੀ ਆਬਾਦੀ ਉਹ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦਾ ਪਹਿਲਾ ਟੀਕਾ ਲਗਵਾ ਲਿਆ। 55% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਲਗਵਾਏ ਗਏ ਤੇ 13% ਦੀ ਆਬਾਦੀ ਨੇ ਕੋਵਿਡ-19 ਵੈਕਸੀਨ ਦੇ 4 ਟੀਕੇ ਯਾਨੀ ਕਿ 2 ਬੂਸਟਰ ਡੋਜ਼ ਲਗਵਾ ਲਏ ਹਨ। ontario ਵੱਲੋਂ ਸੋਮਵਾਰ ਵਾਸਤੇ ਆਪਣੀ ਕੋਰੋਨਾ ਅਪਡੇਟ ਜਾਰੀ ਨਹੀਂ ਕੀਤੀ ਗਈ, ਪਰ ਇਸ ਤੋਂ ਪਹਿਲਾਂ ਜੋ ਜਾਣਕਾਰੀ ਦਿੱਤੀ ਗਈ ਸੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ontario ਦੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਦੱਸੀ ਜਾ ਰਹੀ ਹੈ, ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ ਤੇ ਇੱਥੇ ਪਿਛਲੇ ਕੁਝ ਦਿਨਾਂ ਤੋਂ 1000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਪ੍ਰੋਵਿੰਸ ਵਿੱਚ ਹੁਣ ਤੱਕ 12 ਲੱਖ ਤੋਂ ਵੱਧ ਕੁੱਲ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਰਿਕਵਰਡ ਕੇਸਿਸ ਦੀ ਗਿਣਤੀ ਵੀ 12 ਲੱਖ ਤੋਂ ਵੱਧ ਹੀ ਇੱਥੇ ਰਿਕਾਰਡ ਕੀਤੀ ਗਈ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 12 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 91% ਤੋਂ ਵੱਧ ਇਸ ਸਮੇਂ ਫੁੱਲੀ ਵੈਕਸੀਨੇਟਡ ਨੇ। 93% ਤੋਂ ਵੱਧ ਵੱਲੋਂ ਕੋਵਿਡ-19 ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ ਗਿਆ ਤੇ 3 ਟੀਕੇ ਲਗਵਾਉਣ ਵਾਲਿਆਂ ਦੀ ਗਿਣਤੀ 56% ਤੋਂ ਵੱਧ ਇਸ ਸੂਬੇ ਵਿੱਚ ਦਰਜ ਕੀਤੀ ਗਈ। ਇਸ ਤੋਂ ਇਲਾਵਾ 5 ਸਾਲ ਤੋਂ 11 ਸਾਲ ਵਾਲਿਆਂ ਵਿੱਚ 56% ਤੋਂ ਵੱਧ ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਤੇ 35% ਤੋਂ ਵੱਧ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ ਲਗਵਾ ਲਏ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੱਕਾ, ਹੱਕਾਂ ਲਈ ਸੜਕਾਂ ਤੇ ਉਤਰੇ ਵਿਦਿਆਰਥੀ। ਕੈਨੇਡਾ ਦੇ ਸੂਬੇ ਵੱਲੋਂ ਨੌਕਰੀਆਂ ਦਾ ਸੱਦਾ, ਐਲਬਰਟਾ ਤੋਂ ਆਈ ਜਾਣਕਾਰੀ। ਤੂਫਾਨ ਕਾਰਨ ਹੋਇਆ ਭਾਰੀ ਨੁਕਸਾਨ, ਕਈਆਂ ਦੀ ਗਈ ਜਾਨ, ਘਰਾਂ ਦੀ ਬਿਜਲੀ ਗੁੱਲ। ਕਾਮਾਗਾਟਾ ਮਾਰੂ ਦੀ ਘਟਨਾ ਨੂੰ ਟਰੂਡੋ ਨੇ ਕੀਤਾ ਯਾਦ, ਪ੍ਰੀਮੀਅਰ ਜੌਨ ਹੌਰਗਨ ਨੇ ਵੀ ਕੀਤਾ ਟਵੀਟ। ਟੋਰਾਂਟੋ 'ਚ ਵਾਪਰੀ ਸ਼ਰਮਨਾਕ ਘਟਨਾ, 17 ਜਾਣੇ ਹਿਰਾਸਤ 'ਚ, 7 ਪੁਲਿਸ ਵਾਲੇ ਜ਼ਖਮੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।